ਪੂਰਾ ਗੁਰ ਪਹਿਰਾਇਆ, ਬਿਨ ਸੇ ਦੁਖ ਸਬਾਇਆ। ਸੰਤ ਹੋ ਸਾਚੇ ਕੀ ਵਡਿਆਈ, ਜਿਨ ਅਚਰਜ ਸੋਭ ਬਣਾਈ। ਰਹਾਉ ਬੋਲੇ ਸਾਹਿਬ ਕੈ ਭਾਣ, ਦਾਸ ਬਾਣੀ ਬ੍ਰਹਮ ਵਖਾਣ। ਨਾਨਕ ਪ੍ਰਭ ਸੁਖਦਾਈ, ਜਿਨ ਪੂਰੀ ਬਣਤ ਬਣਾਈ। ਨਾਨਕ ਪ੍ਰਭ ਸੁਖਦਾਈ, ਜਿਨ ਪੂਰੀ ਬਣਤ ਬਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਜ ਰਹੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਹੋਈ ਹੈ, ਜੋ ਕਿ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਉਪਰੰਤ ਚੱਲ ਰਹੀ ਲੜੀਵਾਰ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ ਸਰਵਣ ਕਰਨ ਵਾਸਤੇ ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸੋਰਠ ਰਾਗਣੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 629 ਤੇ ਸੁਸ਼ੋਭਿਤ ਹੈ। ਮਹਾਰਾਜ ਜੀ ਕੀ ਕਿਰਪਾ ਕਰਦੇ ਨੇ, ਆਓ ਆਪਾਂ ਸਮਝੀਏ। ਸੁਖ ਸਾਂਦ ਘਰ ਆਇਆ, ਨਿੰਦਕ ਕੈ ਮੁਖ ਛਾਇਆ। ਮਹਾਰਾਜ ਜੀ ਬਚਨ ਕਰਦੇ ਨੇ ਕਿ ਕਿਹੜਾ ਸੁੱਖ ਹੈ, ਸੁੱਖ ਜਿੰਨਾ ਚਿਕਰ ਆਪਾਂ ਸੰਸਾਰ ਦੇ ਵਿੱਚ ਹੈ, ਉਨਾ ਚਿਕਰ ਸੁੱਖ ਸਾਨੂੰ ਸਾਧ ਸੰਗਤ ਦੇ ਵਿੱਚ ਮਿਲਦਾ, ਗੁਰੂ ਚਰਨਾਂ ਵਿੱਚ, ਅਤੇ ਆਪਣੇ ਹਿਰਦੇ ਘਰ ਵਿੱਚ ਸੁੱਖ ਮਿਲਦਾ। ਸੋ ਜੇ ਤਾਂ ਸੰਗਤ ਵਿੱਚ ਆਉਂਦੇ ਹਾਂ, ਸਾਨੂੰ ਸੁੱਖ ਮਿਲਦਾ ਜੀ। ਸੰਗਤ ਵੱਲ ਨੂੰ ਜਦੋਂ ਆਪਾਂ ਚੱਲਦੇ ਹਾਂ, ਗੁਰੂ ਵੱਲ ਨੂੰ, ਅਤੇ ਕਈ ਤਰ੍ਹਾਂ ਦੇ ਨਿੰਦਕ ਵੀ ਮਿਲ ਜਾਂਦੇ ਨੇ, ਬੜੀਆਂ ਗੱਲਾਂ ਕਰਦੇ ਨੇ। ਉਹ ਸੰਗਤ ਵਿੱਚ ਆਉਣ ਤੋਂ ਵੀ ਰੋਕਦੇ ਆ, ਸੇਵਾ ਕਰਨ ਤੋਂ ਰੋਕਦੇ ਆ, ਬਾਣੀ ਪੜ੍ਹਨ ਤੋਂ ਰੋਕਦੇ ਆ। ਰੋਕਣਾ ਤਾਂ ਕੀ ਆ, ਉਹ ਤਰਕ ਕਰ ਦਿੰਦੇ ਨੇ, ਤਰਕ। ਸੋ ਤਰਕ ਜਿਹੜੀ ਐਸੀ ਚੁੱਭ ਵੀ ਹੁੰਦੀ ਹੈ, ਸੋ ਕੇਵਲ ਮਨ ਕਰਦਾ ਵੀ ਲੈ ਵੀ ਕਾਹਨੂੰ ਸੰਗਤ ਵਿੱਚ ਜਾਣਾ ਕਹਿਣਾ, ਇਹ ਤਾਂ ਤਰਕਾਂ ਬੜੀਆਂ ਹੁੰਦੀਆਂ। ਸੋ ਜਾਂ ਫਿਰ ਜਦੋਂ ਸੰਗਤ ਵਿੱਚ ਕੋਈ ਆਉਣ ਲੱਗ ਪਵੇ, ਜਿਹਦੇ ਪੂਰਬਲੇ ਭਾਗ ਜਾਗਦੇ ਨੇ, ਉਹ ਸੰਗਤ ਵਿੱਚ ਆਉਂਦਾ ਹੈ। ਪੂਰਬਲੇ ਭਾਗ ਜਾਗ ਗਏ ਅਤੇ ਸੰਗਤ ਵਿੱਚ ਆਇਆ, ਅਤੇ ਉਸ ਵਕਤ ਕਿਉਂਕਿ ਜਿਹੜਾ ਨੌ ਤਨ ਚੇਲਾ ਹੁੰਦਾ ਨਾ, ਜਿਹਨੇ ਨਵੀਂ ਸੰਗਤ ਗ੍ਰਹਿਣ ਕੀਤੀ ਹੈ, ਘਰ ਦਾ ਮਾਹੌਲ ਹੋਰ ਹੁੰਦਾ ਹੈ, ਸੰਗਤ ਦਾ ਮਾਹੌਲ ਹੋਰ ਹੈ। ਫਿਰ ਆਪਣਾ ਫਰੈਂਡ ਸਰਕਲ, ਸੱਜਣ ਮਿੱਤਰ, ਉਹਨਾਂ ਦੇ ਵਿੱਚ ਬਹਿਣਾ ਉੱਠਣਾ ਕੁਝ ਹੋਰ ਹੈ। ਗੁਰੂ ਕੀ ਸੰਗਤ, ਗੁਰੂ ਕੇ ਸਿੱਖ, ਗੁਰਮੁਖ ਪਿਆਰੇ, ਇਹਨਾਂ ਦੇ ਵਿੱਚ ਬਹਿਣਾ ਉੱਠਣਾ ਕੁਝ ਹੋਰ ਤਰ੍ਹਾਂ ਦਾ ਹੁੰਦਾ, ਫਰਕ ਹੁੰਦਾ ਹੈ। ਸੋ ਐਸਾ ਹੋ ਜਾਂਦਾ ਹੈ ਕਈ ਵੇਲਾ। ਸੋ ਸੰਗਤ ਵਿੱਚ ਆਏ ਹੋਏ ਨੂੰ ਬੜੇ ਟੋਕਣੇ ਵਾਲੇ ਹੋ ਜਾਂਦੇ ਆ, ਤੂੰ ਆਹ ਨਹੀਂ ਕਰਦਾ, ਤੂੰ ਇਹ ਨਹੀਂ ਠੀਕ ਕਰਦਾ, ਤੈਨੂੰ ਸੇਵਾ ਨਹੀਂ ਕਰਨੀ ਆਉਂਦੀ। ਸੋ ਉਹਦੇ ਨਾਲ ਕਈਆਂ ਦੇ ਮਨ ਵੀ ਜਿਹੜੇ ਆ ਉਹ ਭੱਜ ਜਾਂਦੇ ਆ, ਮੁੜ ਜਾਂਦੇ ਆ। ਪਰ ਜੇ ਗੁਰੂ ਕਿਰਪਾ ਕਰੇ, ਮਨ ਨਾ ਟੁੱਟੇ, ਮਨ ਨਾ ਭੱਜੇ, ਮਨ ਸੰਗਤ ਵਿੱਚ ਜੁੜਿਆ ਰਹੇ, ਅਤੇ ਬੜੀ ਰਹਿਮਤ ਹੁੰਦੀ ਹੈ, ਬੜੀ ਕਿਰਪਾ ਹੁੰਦੀ ਹੈ।
ਫਿਰ ਸੁੱਖ ਮਿਲ ਜਾਂਦੇ ਨੇ ਸਾਰੇ। ਕਿਉਂ? ਕਿਉਂਕਿ ਸਾਰਿਆਂ ਦੀਆਂ ਗੱਲਾਂ ਸਹਿ ਲਈਆਂ। ਜਿਹਨਾਂ ਨੇ ਨਿੰਦਾ ਕੀਤੀ ਉਹਨਾਂ ਨੂੰ ਕੀ ਮਿਲਿਆ? ਮੁੱਖ ਛਾਇਆ, ਉਹਨਾਂ ਦੇ ਮੂੰਹ ਸਵਾਈ ਪਈ। ਗੁਰੂ ਨੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ। ਗੁਰੂ ਨੇ ਤਾਂ ਪ੍ਰਵਾਨ ਕਰ ਲਿਆ। ਹੁਣ ਜਿਹੜਾ 9 ਤਨ ਚੇਲਾ ਆ, ਜਿਹਨੂੰ ਸੇਵਾ ਕਰਨ ਦਾ ਕੋਈ ਅਜੇ ਇੰਨਾ ਚੱਜ ਨਹੀਂ, ਗੁਰੂ ਨੇ ਉਹਦੀ ਉੱਦਾਂ ਹੀ ਸੇਵਾ ਪ੍ਰਵਾਨ ਕਰ ਲਈ ਜਿਵੇਂ ਕਰਦਾ ਪਿਆ। ਅਵਸਥਾ ਬਣ ਗਈ। ਸੋ ਮਨੋਕਾਮਨਾਵਾਂ ਪੂਰਨ ਹੋਈਆਂ, ਵਿਘਨ ਦੂਰ ਹੋ ਗਏ, ਟਿਕਾ ਬਣ ਗਿਆ, ਕਲੇਸ਼ ਖਤਮ ਹੋ ਗਿਆ। ਅਤੇ ਜਿਹੜੇ ਨਿੰਦਿਆ ਕਰਦੇ ਵੀ ਇੰਝ ਨਹੀਂ ਇੱਦਾਂ ਕਰੀਦੀ ਆ, ਆਹ ਕੀ ਕਰਦਾ, ਜੇ ਵੋ ਕੀ ਮਿਲਿਆ? ਮੂੰਹ 'ਚ ਛਾਇਆ, ਮੂੰਹ 'ਚ ਸਵਾਹ ਹੀ ਪੈਂਦੀ। ਪਾਤਸ਼ਾਹ ਕਹਿੰਦੇ ਨੇ ਘਰ ਆਉਣ ਦੀ ਗੱਲ ਸੋਚਣੀ ਚਾਹੀਦੀ ਹੈ ਵੀ ਘਰ ਆਉਣਾ। ਸੰਗਤ, ਸਾਧ ਸੰਗਤ ਗੁਰੂ ਦਾ ਘਰ ਆ। ਸਾਧ ਸੰਗਤ ਗੁਰੂ ਦਾ, ਇਹਨੂੰ ਸੁੱਖ ਅਸਥਾਨ ਵੀ ਕਿਹਾ ਹੋਇਆ। ਸੁੱਖ ਅਸਥਾਨ ਵੀ ਸੁੱਖਾਂ ਦਾ ਘਰ ਹੈ। ਫਿਰ ਬਹੁਤ ਸੁੱਖ ਜਿੱਥੋਂ ਪ੍ਰਾਪਤ ਹੁੰਦੇ ਹੈ ਉਹ ਹੈ ਹਿਰਦਾ ਘਰ। ਹਿਰਦਾ ਘਰ, ਹਿਰਦੇ ਘਰ ਵੱਲ ਨੂੰ ਇਹ ਤਦ ਆਉਂਦਾ ਹੈ ਜਦੋਂ ਬਾਕੀ ਸਾਰੇ ਦਰਵਾਜ਼ੇ ਬੰਦ ਕਰ ਲੈਂਦਾ। ਜਿੰਨਾ ਚਿਰ ਸਰੀਰ ਦੇ ਬਾਕੀ ਦੇ ਦਰਵਾਜ਼ੇ ਖੁੱਲ੍ਹੇ ਹੈ, ਇਹ ਹਿਰਦੇ ਘਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਸਾਰੇ ਦਰਵਾਜ਼ੇ ਬੰਦ ਹੋ ਗਏ, ਇਹ ਹਿਰਦੇ ਘਰ ਵਿੱਚ ਪ੍ਰਵੇਸ਼ ਹੋ ਗਿਆ। ਸੋ ਜਦੋਂ ਦਰਵਾਜ਼ੇ ਬਾਕੀ ਖੁੱਲ੍ਹੇ ਹੋਏ ਹੁੰਦੇ ਆ, ਇਹਦਾ 10ਵਾਂ ਬੰਦ ਹੁੰਦਾ। ਹਿਰਦੇ ਘਰ ਵਾਲਾ ਬੰਦ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਗੁਰੂ ਕਿਰਪਾ ਕਰਦਾ ਗੁਰ ਪੂਰਾ ਗੁਰ ਪਹਿਰਾਇਆ। ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ, ਸਿਫਤ ਸਲਾਹ ਦਾ ਕੱਪੜਾ ਦਿੱਤਾ, ਪਾਪ ਨੂੰ ਸਿਫਤ ਸਲਾਹ ਕਰਨੀ ਸਿਖਾਲ ਦਿੱਤੀ। ਇੱਕ ਤਾਂ ਹੁੰਦਾ ਨਾ ਵੀ ਜਦੋਂ ਸਕਸੈਸ ਹੋ ਕੇ ਕੋਈ ਆਇਆ ਉਹਦੇ ਗਲ 'ਚ ਸਰੂਪਾ ਪਾ ਦਿੱਤਾ, ਇਹ ਵੀ ਆ। ਪਰ ਹੁਣ ਸਿਫਤ ਸਲਾਹ ਦਾ ਕੱਪੜਾ ਮਹਾਰਾਜ ਨੇ ਸਿਫਤ ਸਲਾਹ ਕਰਨੀ ਸਿਖਾਲ ਦਿੱਤੀ ਵੀ ਸਿਫਤ ਸਲਾਹ ਕਿੱਦਾਂ ਕਰੀਦੀ ਹੈ। ਜਦੋਂ ਨੇ ਵਾਰ-ਵਾਰ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਆਉਂਦਾ ਹੀ ਨਹੀਂ ਕਿਵੇਂ ਤੇਰੀ ਸਿਫਤ ਕਰਨੀ ਹੈ, ਮੈਨੂੰ ਪਤਾ ਹੀ ਨਹੀਂ ਕਿਹੜੇ ਗੁਣ ਮੈਂ ਹਾਸਲ ਕਰਾਂ, ਕਿਹੜੀਆਂ ਗੱਲਾਂ ਨਾਲ ਤੂੰ ਖੁਸ਼ ਹੁੰਦਾ, ਕਿਹੜੇ ਕੰਮ ਨਾਲ ਤੂੰ ਖੁਸ਼ ਹੁੰਦਾ, ਮੈਨੂੰ ਕੀ ਕਰਨਾ ਚਾਹੀਦਾ, ਕੀ ਕਹਿਣਾ ਚਾਹੀਦਾ, ਮੈਨੂੰ ਤਾਂ ਪਤਾ ਹੀ ਕੁਝ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਨੂੰ ਸਿਫਤ ਸਲਾਹ ਦਾ ਕੱਪੜਾ ਦੇ ਦਿੰਦੇ, ਕਿਰਪਾ ਕਰ ਦਿੰਦੇ ਉਹਨੂੰ ਸਿਫਤ ਸਲਾਹ ਕਰਨੀ, ਅੰਦਰੋਂ ਗਿਆਨ ਕਰਾਉਂਦੇ ਵੀ ਸਿਫਤ ਸਲਾਹ ਇੱਦਾਂ ਕਰੀਦੀ। ਜਦੋਂ ਨੇ ਸਿਫਤ ਸਲਾਹ ਕੀਤੀ, ਮਹਾਰਾਜ ਕਹਿੰਦੇ ਆ ਗਿਆ ਘਰ ਦੇ ਵਿੱਚ। ਸੋ ਆਪਣੇ ਘਰ ਵਿੱਚ ਸੁੱਖ ਸ਼ਾਂਤ ਘਰ ਆਇਆ। ਜਦੋਂ ਘਰ ਆਇਆ ਨਾ, ਹਿਰਦੇ ਘਰ ਵਿੱਚ ਬੈਠਾ ਸੁੱਖ ਸ਼ਾਂਤ, ਉਹਨੂੰ ਫੇਰ ਪਤਾ ਲੱਗਾ ਸੁੱਖ ਹੁੰਦਾ ਕੀ ਹੈ। ਪਹਿਲੋਂ ਤਾਂ ਕਦੀ ਸੋਹਣੇ ਖਾਣ ਵਿੱਚ ਸੁੱਖ ਸਮਝ ਲਿਆ, ਸੋਹਣਾ ਸੌਣ ਵਿੱਚ ਸੁੱਖ ਸਮਝ ਲਿਆ, ਪਹਿਨਣ ਵਿੱਚ ਸੁੱਖ ਸਮਝ ਲਿਆ, ਪਰਿਵਾਰ ਵਿੱਚ ਸੁੱਖ ਸਮਝ ਲਿਆ। ਇਹਨਾਂ 'ਚ ਤਾਂ ਸੁੱਖ ਹੈ ਹੀ ਨਹੀਂ। ਸੱਚੇ ਪਾਤਸ਼ਾਹ ਨੇ ਗੱਲ ਸਪਸ਼ਟ ਕਰ ਦਿੱਤੀ, ਭਾਈ ਰੇ ਸੁੱਖ ਸਾਧ ਸੰਗ ਪਾਇਆ। ਇਹਨਾਂ ਚੀਜ਼ਾਂ ਹੀ ਕਿਤੇ ਸੁੱਖ ਨਾ ਹੀ ਰੇ ਬਹੁਤਾ ਤਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਭਰਮਾਏ। ਜਿੰਨਾ ਮਰਜੀ ਭ੍ਰਮਣ ਕਰ ਲਓ, ਘੁੰਮ ਫਿਰ ਲਓ ਜਿੱਥੇ ਜਿੱਥੇ ਮਰਜੀ। ਉਹ ਮਨ ਨੇ ਤਾਂ ਕਹਿਣਾ ਆਹ ਵੀ ਕਰ ਲਾ, ਆਹ ਵੀ ਕਰ ਲਾ, ਇਹਦੀ ਤਸੱਲੀ ਫੇਰ ਨਹੀਂ ਹੁੰਦੀ। ਫੇਰ ਇਹ ਨਹੀਂ ਮੰਨਦਾ, ਫੇਰ ਨਹੀਂ ਕਹਿੰਦਾ ਵੀ ਹਾਂ ਮੈਂ ਠੀਕ ਹੈ ਮੰਨ ਗਿਆ। ਜਦੋਂ ਹੀ ਹਿਰਦੇ ਘਰ ਵਿੱਚ ਆਉਂਦਾ ਹੈ ਨਾ, ਕਹਿੰਦਾ ਲੈ ਹੁਣ ਠੀਕ ਹੈ, ਹੁਣ ਠੀਕ ਹੈ। ਕਹਿੰਦਾ ਸੋ ਘਰ ਆਇਆ, ਉੱਥੇ ਸੁੱਖ ਸਾਂਦ, ਹਰ ਕੋਈ ਸੁੱਖ। ਨਿੰਦਕ ਕੈ ਮੁਖ ਛਾਇਆ। ਸੋ ਜਦੋਂ ਇਸ ਪਾਸੇ ਨੂੰ ਚੱਲਿਆ ਸੀ, ਜਿਨ੍ਹਾਂ ਨੇ ਨਿੰਦਿਆ ਕੀਤੀ ਸੀ ਉਹਨਾਂ ਨੂੰ ਕੀ ਮਿਲਿਆ? ਮੂੰਹ 'ਚ ਸਵਾਹੀ ਮਿਲੀ। ਨਿੰਦਕ ਕੈ ਮੁਖ ਛਾਇਆ। ਜਦੋਂ ਇਹ ਹਿਰਦੇ ਘਰ ਵਿੱਚ ਬੈਠਦਾ, ਇਹਨੂੰ ਇਸ ਗੱਲ ਦਾ ਫੇਰ ਗਿਆਨ ਹੁੰਦਾ ਵੀ ਨਿੰਦਕ ਦੇ ਮੂੰਹ ਵਿੱਚ ਸਵਾਹ ਪੈਂਦੀ ਹੁੰਦੀ ਹੈ। ਸੋ ਇਸ ਕਰਕੇ ਕਦੀ ਕਿਸੇ ਦੀ ਨਿੰਦਿਆ ਕਰਦਾ ਹੀ ਨਹੀਂ। ਜਿਹੜਾ ਹਿਰਦੇ ਘਰ ਵਿੱਚ ਬੈਠਾ ਹੁੰਦਾ ਨਾ, ਉਹ ਕਦੀ ਕਿਸੇ ਦੀ ਨਿੰਦਿਆ ਨਹੀਂ ਕਰਦਾ, ਕਿਉਂਕਿ ਗੁਰੂ ਨੇ ਸਮਝਾਤੀ ਗੱਲ ਵੀ ਨਿੰਦਕ ਕੋਈ ਵੀ ਹੋਵੇ ਮੂੰਹ 'ਚ ਸਵਾਹ ਹੀ ਪੈਂਦੀ ਹੁੰਦੀ ਹੈ। ਇਸ ਕਰਕੇ ਇਹ ਨਹੀਂ ਕਰਨੀ, ਨਿੰਦਿਆ ਨਹੀਂ ਕਰਨੀ। ਪਹਿਲੋਂ ਜਿੰਨਾ ਚਿਰ ਹਿਰਦੇ ਘਰ ਵਿੱਚ ਨਹੀਂ ਸੀ ਆਇਆ, ਉਹਨਾਂ ਚਿਰ ਆਪਣੇ ਨਿੰਦਕਾਂ ਨੂੰ ਇਹੀ ਸਮਝਦਾ ਸੀ ਵੀ ਤੁਹਾਡੇ ਮੂੰਹ 'ਚ ਕਹਿਣਾ ਸਵਾਹ ਹੀ ਪੈਣੀ ਹੈ, ਮੈਂ ਸਕਸੈਸ ਹੋ ਜਾਣਾ। ਪਰ ਜਦੋਂ ਸਕਸੈਸ ਹੋਇਆ ਹਿਰਦੇ ਘਰ ਵਿੱਚ ਬੈਠਾ, ਫਿਰ ਇਹਨੂੰ ਪਤਾ ਲੱਗਾ ਨਹੀਂ ਭਾਈ ਮਹਾਰਾਜ ਤਾਂ ਆਹ ਗੱਲ ਕਹਿੰਦੇ ਆ ਵੀ ਨਿੰਦਾ ਕਰਨੇ ਵਾਲਾ ਕੋਈ ਵੀ ਹੈ, ਉਹਨੂੰ ਕਦੀ ਵੀ ਮਿੱਠਾ ਨਹੀਂ ਪ੍ਰਾਪਤ ਹੁੰਦਾ, ਉਹਦਾ ਕਦੀ ਵੀ ਮੂੰਹ ਮਿੱਠਾ ਨਹੀਂ ਹੋਇਆ, ਉਹਦੇ ਮੂੰਹ 'ਚ ਸਵਾਹ ਹੁੰਦੀ ਹਮੇਸ਼ਾ।
ਸੋ ਇਸ ਕਰਕੇ ਫਿਰ ਉਹ ਫਿਰ ਪਿਆਰਾ ਕਦੀ ਕਿਸੇ ਦੀ ਨਿੰਦਿਆ ਨਹੀਂ ਕਰਦਾ। ਉਹ ਕਹਿੰਦਾ ਸਭ ਭਲੋ ਹੈ ਰੇ, ਭਲੋ ਹੈ ਰੇ, ਕਹਿੰਦਾ ਸਭ ਕੁਛ ਭਲੋ ਹੈ। ਹੁਕਮ ਦੇ ਵਿੱਚ ਬੋਲਦਾ, ਉਹ ਹੁਕਮ ਦੇ ਵਿੱਚ ਇਹਦੇ ਕੋਲੋਂ ਕਰਾਉਂਦਾ, ਆਪ ਪਾਸੇ ਹੋ ਜਾਂਦਾ। ਉਹ ਜੋ ਵੀ ਬੋਲਦਾ, ਕੋਈ ਵੀ ਬੋਲਦਾ, ਆਵੇ ਪਾਸੇ ਹੋ ਜਾਂਦਾ। ਹੁਕਮ 'ਚ ਬੋਲਿਆ, ਉਹਨੇ ਹੁਕਮ 'ਚ ਬੁਲਾ ਦਿੱਤਾ, ਆਪ ਪਾਸੇ ਹੋ। ਨਿੰਦਾ ਕਿੱਥੇ ਰਹਿ ਗਈ? ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਵੀ ਆਪਣੇ ਆਪ ਨੂੰ ਬਚਾ ਲਈਏ, ਵੀ ਇੱਦਾਂ ਨਾ ਹੋਵੇ ਕਿਤੇ ਨਿੰਦਿਆ ਸੁਣ ਲਈਏ ਜਾਂ ਨਿੰਦਿਆ ਕਰ ਲਈਏ। ਜੇ ਸੁਣਾਂਗੇ ਤਾਂ ਗੱਲ ਕਿਤੇ ਹੋ ਵੀ ਜਾਊ। ਜੇ ਕਿਸੇ ਦਾ ਮਾੜਾ ਸੁਣ ਲਿਆ, ਕਿਸੇ ਦਾ ਅਵਗੁਣ ਸੁਣ ਲਿਆ, ਫਿਰ ਉਹ ਗੱਲ ਹੋ ਜਾਂਦੀ ਹੈ। ਜਿਨ੍ਹਾਂ ਦਾ ਤਾਂ ਤਜਰਬਾ ਹੋ ਗਿਆ ਨਾ, ਉਹ ਕੀ ਕਰਦੇ ਆ, ਮਾੜੀਆਂ ਗੱਲਾਂ ਨੂੰ ਅੰਦਰ ਦਫਨ ਕਰਦੇ ਆ, ਬਾਹਰ ਨਹੀਂ। ਜਦੋਂ ਕੋਈ ਚੀਜ਼ ਖਰਾਬ ਹੋ ਜਾਵੇ, ਅਸੀਂ ਧਰਤੀ 'ਚ ਦੱਬਦੇ ਹਾਂ, ਉੱਦਾਂ ਨਹੀਂ ਸਿੱਟਦੇ ਆਪਾਂ, ਕਹਿੰਦੇ ਧਰਤੀ ਮਿੱਟੀ ਪੁੱਟ ਕੇ ਦੱਬ ਦਿਓ। ਸੋ ਇਸ ਜਿਹੜੀਆਂ ਗੱਲਾਂ ਖਰਾਬ ਹੁੰਦੀਆਂ ਨਾ, ਨਿੰਦਾ ਤੋਂ ਵੱਧ ਕੇ ਹੋਰ ਗੱਲ ਕਿਹੜੀ ਖਰਾਬ ਹੋ ਸਕਦੀ? ਉਹ ਆਪਣੇ ਅੰਦਰ ਹੀ ਪੁੱਟ ਕੇ, ਮਨ ਨੂੰ ਪੁੱਟ ਕੇ ਨਾ ਅੰਦਰ ਹੀ ਉੱਥੇ ਦਫਨ ਕਰ ਦਿੰਦੇ ਵੀ ਬਾਹਰ ਨਾ ਨਿਕਲੇ। ਇਹ ਗੱਲ ਬਾਹਰ ਨਹੀਂ ਨਿਕਲਣੀ ਚਾਹੀਦੀ। ਹੁਣ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ, ਉਹ ਬਾਹਰ ਕੱਢਦੇ ਆ। ਫਿਰ ਜਦੋਂ ਬਾਹਰ ਖਰਾਬ ਹੋਈ ਚੀਜ਼ ਦਾ ਬਾਹਰ ਸਿੱਟਦੇ ਆ, ਉਹਨੇ ਬਦਬੂ ਫੈਲਾਉਣੀ ਹੈ। ਇੱਦਾਂ ਹੀ ਨਿੰਦਕ ਦੀ ਸੁਣੀ ਹੋਈ ਗੱਲ ਨੂੰ ਜਦੋਂ ਐਜ਼ ਇਟ ਇਜ਼ ਕਰ ਦਿੰਦਾ ਹੈ ਨਾ, ਉਹ ਬਦਬੂ ਹੀ ਫੈਲਦੀ ਹੈ। ਉਹਦਾ ਫਾਇਦਾ ਕੀ ਹੋਇਆ? ਆਪਣੇ ਮੂੰਹ 'ਚੋਂ ਨਿਕਲੀ, ਉਹਨੇ ਮੂੰਹ ਖਰਾਬ ਕਰ ਦਿੱਤਾ, ਮੂੰਹ ਛਾਇਆ। ਨਿੰਦਕ ਦੀ ਕਹੀ ਹੋਈ ਗੱਲ ਮੈਂ ਆਪਣੇ ਮੂੰਹ 'ਚੋਂ ਕੱਢ ਦੇਵਾਂ, ਮੇਰੇ ਮੂੰਹ 'ਚ ਸਵਾਈ ਪੈਣੀ ਹੈ। ਮਿੱਠਾ ਕਿੱਥੋਂ ਆ ਜੂ, ਅੰਮ੍ਰਿਤ ਕਿੱਥੋਂ ਆ ਜੂ, ਸਵਾਈ ਪੈਣੀ ਹੈ। ਹੁਣ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੱਲ ਸਮਝਾਉਂਦੇ ਨੇ, ਕਹਿੰਦੇ ਭਾਈ, ਕਹਿੰਦੇ ਜਦੋਂ ਹਿਰਦੇ ਘਰ ਵਿੱਚ ਬੈਠੇਗਾ ਫੇਰ ਪਤਾ ਲੱਗੇਗਾ ਵੀ ਨਿੰਦਕ ਦੇ ਮੂੰਹ ਵਿੱਚ ਛਾਇਆ ਸਵਾਹ ਕਿੱਦਾਂ। ਪੂਰਾ ਗੁਰ ਪਹਿਰਾਇਆ, ਬਿਨ ਸੇ ਦੁੱਖ ਸੁਭਾਇਆ। ਜਦੋਂ ਹਿਰਦੇ ਘਰ ਵਿੱਚ ਬੈਠਿਆ ਮਹਾਰਾਜ ਨੇ, ਫੇਰ ਸੋ ਇਹਨੂੰ ਸਮਝ ਲਓ ਇਹਦੇ ਗਲ 'ਚ ਸਰੋਪਾ ਪਿਆ ਵੀ ਹਾਂ ਵੀ ਵਿਜੇ ਹੋ ਗਿਆ, ਜਿੱਤ ਪ੍ਰਾਪਤ ਹੋਈ ਹੈ। ਵੀ ਕਿਉਂਕਿ ਹਿਰਦੇ ਘਰ ਵਿੱਚ ਆ ਗਿਆ ਨਾ। ਅਤੇ ਬਿਨ ਸੇ ਦੁੱਖ ਸੁਭਾਇਆ, ਦੁੱਖ ਸਾਰੇ ਖਤਮ ਹੁੰਦੇ, ਬਿਨ ਸੇ ਹੁੰਦੇ ਨਸ਼ਟ ਹੋ ਜਾਂਦੇ ਆ। ਕਿਸੇ ਕਿਸਮ ਦਾ ਦੁੱਖ ਨਹੀਂ ਰਹਿ ਜਾਂਦਾ। ਆਪਣੇ ਆਪ ਨੂੰ ਬਚਾ ਲਿਆ, ਦੁੱਖ ਆਪੇ ਹੈ ਨਹੀਂ, ਦੁੱਖ ਆਪੇ ਹੈ ਨਹੀਂ, ਆਪਣੇ ਆਪ ਨੂੰ ਬਚਾ ਲਿਆ। ਕਿੱਥੇ ਕਹਿਣਾ ਆਪ ਕਮਰੇ 'ਚ ਬੰਦ ਹੋ ਗਿਆ, ਪਰ ਕਿੱਥੇ ਮੀਂਹ ਪੈਂਦਾ ਭਾਈ, ਹੈ ਨਹੀਂ ਮੀਂਹ ਕਹਿਣਾ। ਮਤਲਬ ਗੜੇ ਪੈਂਦੇ ਹੁਣ ਬਾਹਰ ਜ਼ੋਰ ਜ਼ੋਰ ਦੀ, ਇਹ ਬਾਹਰ ਜਾਓ ਤਾਂ ਦੁਖੀ ਹੋਣਾ। ਕਮਰੇ 'ਚ ਬਹਿ ਗਿਆ, ਆਪਣੇ ਆਪ ਨੂੰ ਬਚਾ ਲਿਆ, ਹੈ ਨਹੀਂ ਗੜੇ, ਕਿੱਥੇ ਗੜੇ। ਦੁੱਖਾਂ ਦੀ ਭਰਮਾਰ ਹੈ ਸੰਸਾਰ ਦੇ ਵਿੱਚ। ਸੱਚੇ ਪਾਤਸ਼ਾਹ ਕਹਿੰਦੇ ਦੁੱਖਾਂ ਦੀ ਭਰਮਾਰ ਹੈ ਸਾਰੇ ਸੰਸਾਰ ਦੇ ਵਿੱਚ। ਜੇ ਸੰਸਾਰਕ ਬਿਰਤੀ ਵਾਲੇ ਬਣਾਂਗੇ ਫਿਰ ਦੁੱਖਾਂ ਦੀ ਮਾਰ ਦੇ ਥੱਲੇ ਆਵਾਂਗੇ, ਜੇ ਸੰਸਾਰਕ ਬਿਰਤੀ ਵਾਲੇ ਬਣ ਗਏ। ਜੇ ਬਿਰਤੀ ਨਿਰੰਕਾਰ ਵਾਲੀ ਹੋ ਗਈ ਫਿਰ ਆਪਣੇ ਆਪ ਨੂੰ ਬਚਾ ਲਿਆ, ਫਿਰ ਦੁੱਖਾਂ ਦੀ ਮਾਰ ਨਹੀਂ ਕਦੀ ਪੈ ਸਕਦੀ। ਫਿਰ ਬਿਨ ਸੇ ਦੁੱਖ ਸੁਭਾਇਆ, ਮੇਰੇ 'ਤੇ ਕੋਈ ਨਹੀਂ, ਕਹਿੰਦੇ ਮੇਰੇ ਵਾਸਤੇ ਸਾਰੇ ਖਤਮ ਹੋ ਗਏ। ਕਿਉਂ? ਬਚਾ ਲਿਆ ਆਪਣੇ ਆਪ ਨੂੰ, ਹਿਰਦੇ ਘਰ ਵਿੱਚ ਆ ਗਿਆ, ਘਰ ਮਿਲ ਗਿਆ। ਸੰਤ ਹੋ ਸਾਚੇ ਕੀ ਵਡਿਆਈ, ਜਿਨ ਅਚਰਜ ਸੋਭ ਬਣਾਈ। ਹੇ ਸੰਤ ਜਨੋ, ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਵਡਿਆਈ ਕਰਕੇ ਤਾਂ ਵੇਖੋ, ਜਿਨ੍ਹਾਂ ਨੇ ਵੀ ਉਸ ਦੀ ਵਡਿਆਈ ਕੀਤੀ, ਉਹਨਾਂ ਦੀ ਸੋਭਾ ਹੈਰਾਨ ਕਰਨੇ ਵਾਲੀ ਹੋ ਗਈ। ਨੀਚ ਤੋਂ ਊਚ ਬਣ ਗਿਆ, ਨੀਚੋਂ ਊਚ ਕਰੇ ਮੇਰਾ ਗੋਬਿੰਦ। ਜਿਸ ਨੇ ਵੀ ਉਸ ਦੀ ਸ਼ੋਭਾ ਕੀਤੀ ਹੈ, ਚਾਹੇ ਜਿਹੜੀ ਮਰਜ਼ੀ ਜਾਤੀ ਨਾਲ ਸੰਬੰਧਿਤ ਸੀਗਾ, ਜਾਤੀ ਨਹੀਂ ਦੇਖੀ ਜਾਂਦੀ, ਉਹਦਾ ਕਰਮ ਦੇਖਿਆ ਗਿਆ। ਫਿਰ ਪਾਤਸ਼ਾਹ ਕਹਿੰਦੇ ਅਚਰਜ ਸੋਭ ਬਣਾਈ। ਹੁਣ ਜਿਹੜਾ ਉਹਦੀ ਵਡਿਆਈ ਕਰਦਾ ਹੈ ਅਕਾਲ ਪੁਰਖ ਪਰਮਾਤਮਾ ਦੀ, ਜਿਹਨੂੰ ਵਡਿਆਈ ਦਿੰਦਾ, ਪਹਿਲੋਂ ਤਾਂ ਕਰੋ ਆਪ ਕਰਦਾ, ਫਿਰ ਉਹ ਦੇ ਦਿੰਦਾ ਰੱਬ ਖੁਸ਼ ਹੋ ਕੇ। ਰੱਬ ਨੂੰ ਵਡਿਆਈ ਦਿੰਦਾ ਹੈ ਫਿਰ ਕਰਦਾ ਹੈ। ਜਿੰਨਾ ਚਿਕਰ ਤੇ ਆਪ ਕਰਦਾ ਸੀ ਵਡਿਆਈ, ਬੜੀ ਮਿਹਨਤ ਆਉਂਦੀ ਸੀ, ਬੜੀ ਮੁਸ਼ੱਕਤ ਆਉਂਦੀ ਸੀ, ਥੱਕਦਾ ਸੀ, ਅੱਕਦਾ ਸੀ, ਪਰ ਲੱਗਾ ਰਿਹਾ। ਅਕਾਲ ਪੁਰਖ ਨੇ ਤਰਸ ਖਾ ਕੇ ਇਹਨੂੰ ਵਡਿਆਈ ਦੇ ਦਿੱਤੀ। ਹੁਣ ਜਦੋਂ ਵਡਿਆਈ ਕਰਦਾ, ਉਹ ਬੜੀ ਹੀ ਅਚਰਜ ਸੋਭਾ ਵਾਲੀ ਵਡਿਆਈ ਕਰਦਾ ਵੀ ਇੱਦਾਂ ਦੀ ਵਡਿਆਈ ਕਿਸੇ ਨੇ ਕੀਤੀ ਹੀ ਨਹੀਂ। ਅਚਰਜ ਸੋਭਣਾ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਵਡਿਆਈ ਨੂੰ ਅਚਰਜ ਕਰ ਕਰਕੇ ਦੱਸਦਾ ਪਿਆ।
ਇਹ ਕਿੱਥੋਂ ਆ ਗਈਆਂ ਗੱਲਾਂ, ਇਹ ਕਿੱਥੋਂ ਆ ਗਏ ਅਲਫਾਜ਼, ਇਹ ਕਿੱਥੋਂ ਆ ਗਿਆ ਗਿਆਨ, ਕਿੱਥੋਂ ਗਿਆਨ ਆ ਗਿਆ? ਅਕਾਲ ਪੁਰਖ ਪਰਮਾਤਮਾ ਨੇ ਹੁਣ ਆਪਣੀ ਵਡਿਆਈ ਦਿੱਤੀ ਹੈ। ਉਹਨੇ ਵਡਿਆਈ ਕਰਨ ਦੀ ਯੁਗਤੀ ਦੇ ਦਿੱਤੀ, ਉਹਨੇ ਐਸੀ ਬੁੱਧ ਦੇ ਦਿੱਤੀ। ਤੇ ਬੁੱਧ ਮੰਗਣੀ ਪੈਂਦੀ ਹੈ ਨਾ ਉਹਦੀ ਵਡਿਆਈ ਕਰਨ ਵਾਸਤੇ। ਤਦੇ ਮਹਾਰਾਜ ਕਹਿੰਦੇ ਐਸੀ ਮਤ ਦੀਜੇ ਮੇਰੇ ਠਾਕਰ ਸਦਾ ਸਦਾ ਤੁਧ ਧਿਆਈ। ਸਦਾ ਸਦਾ ਤੁਨੇ ਹੁਣ ਨਾਮ ਜਪਣਾ ਦਾ ਵਾਹਿਗੁਰੂ, ਇਹ ਵੀ ਸਦਾ ਸਦਾ ਨਹੀਂ ਜਪਿਆ ਜਾਂਦਾ, ਨਹੀਂ ਜਪਿਆ, ਥੱਕ ਜਾਂਦਾ। ਜੇ ਵਾਹਿਗੁਰੂ ਸਦਾ ਸਦਾ ਜਪਣਾ, ਉਹ ਜਪਾਊ ਤਾਂ ਜਪ ਸਕਦਾ, ਨਹੀਂ ਜਪ ਸਕਦਾ। ਜੇ ਵਡਿਆਈ ਕਰਨੀ ਹੈ, ਹੁਣ ਵਡਿਆਈ ਤਾਂ ਕੋਈ 4 ਅੱਖਰ ਨਹੀਂ ਕਹਿ ਸਕਦਾ, ਕਿੰਨੇ ਅੱਖਰ ਕਹਿ ਲਊਗਾ? 4 ਅੱਖਰ ਨਹੀਂ ਕੋਈ ਕਹਿ ਸਕਦਾ। ਮਹਾਰਾਜ ਕਹਿੰਦੇ ਸਦਾ ਸਦਾ ਤੂੰ ਧਿਆਈ। ਹੁਣ ਜਦੋਂ ਆਪਣੀ ਵਡਿਆਈ ਦੇਣੀ ਆ, ਫਿਰ ਪਤਾ ਨਹੀਂ ਕਿੱਥੋਂ ਨਿਕਲੀ ਆਉਣੀ ਵਡਿਆਈ, ਉਹ ਸਦਾ ਸਦਾ ਬਣਨੀ, ਅੱਖਰ ਹੀ ਨਹੀਂ ਖਤਮ ਹੋਣੇ, ਵਡਿਆਈ ਨਹੀਂ ਖਤਮ ਹੋਣੀ, ਅੰਦਰੋਂ ਐਸੀ ਵਡਿਆਈ ਦਾ ਝਰਨਾ ਚੱਲਣਾ। ਸੋ ਚੱਲੇ ਹੀ ਆ ਝਰਨੇ। ਬਾਣੀ ਖਤਮ ਹੋਈ ਕਿਤੇ? ਭਗਤਾਂ ਨੇ ਜਿਹੜੀ ਬਾਣੀ ਰਚੀ, ਪਤਾ ਨਹੀਂ ਕਿੰਨੀ ਕਿੰਨੀ ਬਾਣੀ ਬੋਲੀ ਆ, ਕਿੰਨੇ ਕਿੰਨੇ ਅਲਫਾਜ਼ ਬੋਲੇ, ਕਿੰਨੇ ਕਿੰਨੇ। ਇੱਕ ਤਾਂ ਗੁਰਬਾਣੀ ਜੋ ਦਰਗਾਹੀ ਬਾਣੀ ਆ, ਉਂਝ ਪਤਾ ਨਹੀਂ ਕਿੰਨੇ ਕੁ ਬਚਨ ਕੀਤੇ ਹੋਣਗੇ ਭਗਤਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ। ਖਤਮ ਹੋਏ ਬੋਲ, ਖਤਮ ਹੋਏ ਬੋਲ ਨਹੀਂ ਖਤਮ ਹੋਏ। ਅੰਤ ਤਿੱਕਰ ਆਖਰੀ ਸਾਹ ਤਿੱਕਰ ਬੋਲਦੇ ਗਏ। ਕਿਹਦੀ ਵਡਿਆਈ? ਪਰਮਾਤਮਾ ਦੀ ਵਡਿਆਈ ਕਰਦੇ ਗਏ, ਕਿਸੇ ਬੰਦੇ ਦੀ ਨਹੀਂ। ਸੋ ਇਹ ਅਚਰਜ ਸੋਭ। ਔਰ ਜਿਹੜਾ ਵਡਿਆਈ ਕਰਨੇ ਵਾਲਾ ਹੁੰਦਾ ਨਾ, ਅਕਾਲ ਪੁਰਖ ਪਰਮਾਤਮਾ ਉਸ ਦੀ ਜੋ ਸੋਭਾ ਕਰਾਉਂਦਾ ਨਾ, ਉਹ ਵੀ ਅਚਰਜ ਹੈ। ਜਿਹੜਾ ਕਰਤੇ ਪੁਰਖ ਦੀ ਵਡਿਆਈ ਕਰਦਾ, ਹੁਣ ਅਕਾਲ ਪੁਰਖ ਉਹਦੀ ਸੋਭਾ ਬਣਾਉਂਦਾ, ਉਹ ਵੀ ਅਚਰਜ ਕਰਨੇ ਵਾਲੀ ਸੋਭਾ ਬਣਾ ਦਿੰਦਾ। ਕਿੰਨੀ ਸੋਭਾ ਉਹਦੀ ਹੁੰਦੀ ਹੈ। ਇੱਥੋਂ ਤੀਕਰ ਬੈਰੀ ਵੀ ਮਿੱਤਰ ਬਣ ਗਏ। ਦੇਵੀਆਂ ਦੇਵਤੇ ਰਿਸ਼ੀ ਮੁਨੀ ਸਾਰੇ ਹੀ ਹੱਥ ਜੋੜ ਕੇ ਕਹਿੰਦੇ ਭਾਈ ਤੂੰ ਧੰਨ ਹੈ, ਧੰਨ ਹੈ। ਸੋ ਜਿਸ ਨੇ ਐਸੀ ਵਡਿਆਈ ਕੀਤੀ ਪਰਮਾਤਮਾ ਪਰਮੇਸ਼ਰ ਦੀ, ਕਹਿੰਦੇ ਅਚਰਜ ਸੋਭ ਹੋ ਗਈ। ਮਹਾਰਾਜ ਕਹਿੰਦੇ ਰਹਾਓ, ਬੋਲੇ ਸਾਹਿਬ ਕੈ ਭਾਉਣ ਦਾਸ ਬਾਣੀ ਬ੍ਰਹਮ ਬਖਾਣ। ਜਿਹੜਾ ਦਾਸ ਹੈ ਨਾ, ਦਾਸ ਹੁਣ ਜਿਹਦੇ 'ਤੇ ਕਿਰਪਾ ਹੋ ਗਈ, ਰਹਿਮਤ ਹੋ ਗਈ, ਉਹ ਫਿਰ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਭਾਣੇ ਦੀ ਗੱਲ ਕਰਦਾ ਹੈ। ਉਹਦੇ ਭਾਣੇ ਵਿੱਚ ਰਹਿ ਕੇ ਬੋਲਦਾ ਹੈ, ਆਪਣੀ ਮਰਜ਼ੀ ਨਹੀਂ ਕਰਦਾ। ਭਾਣੇ ਵਿੱਚ ਚੱਲਦਾ, ਭਾਣੇ 'ਚ ਵੇਖਦਾ, ਭਾਣੇ 'ਚ ਖਾਂਦਾ ਪੀਂਦਾ, ਭਾਣੇ 'ਚ ਬੋਲਦਾ। ਭਾਣੇ 'ਚ ਆ ਗਿਆ ਨਾ, ਦਾਸ ਵੀ ਤਾਂ ਤਦੇ ਹੀ ਹੈ। ਜੇ ਭਾਣੇ 'ਚ ਨਹੀਂ ਫਿਰ ਤਾਂ ਮਾਲਕ ਹੋ ਜਾਵੇ। ਸੋ ਦਾਸ ਹੀ ਉਹ ਹੈ ਜਿਹੜਾ ਭਾਣੇ ਵਿੱਚ ਆ ਜਾਂਦਾ। ਮਹਾਰਾਜ ਕਹਿੰਦੇ ਭਾਣੇ ਵਿੱਚ ਕੋਈ ਵਿਰਲਾ ਆਵੇ। ਦਾਸ ਕੋਈ ਸਾਰੇ ਥੋੜ੍ਹੀ ਬਣ ਜਾਂਦੇ ਆ, ਵਿਰਲਾ ਕੋਈ ਵਿਰਲਾ ਦਾਸ ਬਣਦਾ, ਉਹ ਵੀ ਦਾਸ ਸਾਹਿਬ ਦਾ। ਬੰਦਿਆਂ ਦੇ ਦਾਸ ਤਾਂ ਬੜੇ ਬਣੇ ਮਿਲ ਜਾਣਗੇ, ਬੰਦਿਆਂ ਦੇ ਦਾਸ ਬਣਦੇ, ਇੱਕ ਦੂਜੇ ਦੇ ਦਾਸ ਸਾਰੇ ਬਣੇ ਨੂੰ ਕਿਹਨੂੰ? ਜੇ ਤੈਨੂੰ ਲੋੜ ਹੈ ਉਹਦਾ ਦਾਸ ਬਣ ਜਾਂਦਾ। ਜਿਹਦੇ ਤੈਨੂੰ ਲੋੜ ਪੈ ਗਈ ਨਾ, ਯਕਦਮ ਉਹਦਾ ਦਾਸ ਬਣ ਜਾਓ। ਬੰਦਾ ਇੰਝ ਕਰਦਾ। ਬੰਦਿਆਂ ਦੇ ਦਾਸ ਬੜੇ ਹੋਣਗੇ, ਪਰ ਉਹ ਦਾਸ ਵੀ ਥੋੜ੍ਹੇ ਚਿਰ ਵਾਸਤੇ ਹੁੰਦੇ ਆ, ਸੰਪੂਰਨ ਰੂਪ 'ਚ ਦਾਸ ਨਹੀਂ ਹੁੰਦੇ, ਥੋੜ੍ਹੇ ਚਿਰ ਵਾਸਤੇ ਦਾਸ ਹੁੰਦੇ ਆ। ਅਤੇ ਦਾਸਾ ਭਾਵ ਨਹੀਂ ਧਾਰਨ ਕਰਦੇ, ਨਾ ਹੋ ਹੀ ਸਕਦਾ, ਨਾ ਹੀ ਹੋ ਹੀ ਸਕਦਾ। ਪਰ ਜਿਹੜੇ ਮਾਲਕ ਦੇ ਦਾਸ ਬਣਦੇ ਨੇ ਸदैਵੀ ਕਾਲ ਵਾਸਤੇ, ਉਹ ਸदैਵੀ ਕਾਲ ਔਰ ਦਾਸਾ ਭਾਵ ਧਾਰਨ ਕਰਦੇ ਨੇ। ਅਤੇ ਉਹਨਾਂ ਦੀ ਅਵਸਥਾ ਹੁੰਦੀ ਜੋ ਵੀ ਬੋਲਦੇ ਨੇ ਸਾਹਿਬ ਦੇ ਭਾਣੇ ਵਿੱਚ ਬੋਲਦੇ ਨੇ, ਆਪਣੀ ਮਨ ਮਰਜ਼ੀ ਦੇ ਨਾਲ ਨਹੀਂ ਬੋਲਦੇ, ਜੋ ਮੂੰਹ 'ਚ ਆਇਆ ਬੋਲ ਦਿੱਤਾ ਨਾ। ਮਾਲਕ ਦਾ ਹੁਕਮ ਹੋਊ ਤਾਂ ਬੋਲਣਾ। ਫਿਰ ਸੋ ਮਾਲਕ ਦਾ ਹੁਕਮ ਉਹ ਅੰਦਰ ਐਸਾ ਵੀ ਨਾ, ਦਾਸਾਂ ਦੀ ਵੀ ਕੈਟਾਗਰੀ ਨਹੀਂ ਪਤਾ ਲੱਗਦਾ। ਮਾਲਕ ਦਾ ਹੁਕਮ ਅੰਦਰ ਛਪਿਆ, ਸਭ ਤੋਂ ਪਹਿਲਾਂ ਤਾਂ ਭਗਤ ਦੇ ਹਿਰਦੇ 'ਚ ਆਇਆ ਨਾ। ਮਾਲਕ ਦਾ ਜਿਹੜਾ ਹੁਕਮ ਹਿਰਦੇ 'ਚ ਹੀ ਆਉਂਦਾ, ਹੋਰ ਕਿੱਥੇ ਆਉਣਾ। ਸੋ ਨਹੀਂ ਪੜ੍ਹਨਾ ਆਇਆ, ਨਹੀਂ ਪਤਾ ਲੱਗਾ, ਅਤੇ ਫਿਰ ਇਹ ਦੇਖ ਲੈਂਦਾ ਵੀ ਇਹ ਬੋਲ ਮਾਲਕ ਨੂੰ ਚੰਗਾ ਵੀ ਲੱਗੂ ਤਾਂ ਬੋਲਣਾ। ਦੂਜੇ ਪਾਸੇ ਹੋ ਗਿਆ ਨਾ ਵੀ ਚੰਗਾ ਲੱਗੂ ਤਾਂ ਬੋਲਣਾ। ਜੇ ਮਾਲਕ ਨੂੰ ਚੰਗਾ ਲੱਗੂ ਕਿੱਦਾਂ ਪਤਾ ਲੱਗਦਾ ਵੀ ਮਾਲਕ ਕਿਹੜਾ ਸਾਹਮਣੇ ਬੈਠਾ, ਰੱਬ ਨਹੀਂ। ਜਿਹੜਾ ਬੋਲ ਮੈਨੂੰ ਚੰਗਾ ਲੱਗਦਾ ਤਾਂ ਮਤਲਬ ਮਾਲਕ ਨੂੰ ਉਹ ਚੰਗਾ ਲੱਗਦਾ। ਅਸੀਂ ਕੀ ਕਰਦੇ ਹਾਂ? ਜਿਹੜਾ ਮੈਨੂੰ ਚੰਗਾ ਲੱਗਦਾ ਉਹ ਸਾਰੇ ਮੇਰੇ ਵਾਸਤੇ ਬੋਲਣ, ਜਿਹੜਾ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਦੂਜਿਆਂ ਵਾਸਤੇ ਬੋਲਦਾ। ਮੈਂ ਇਵੇਂ ਕਰੀਦੀ। ਸਤਿਕਾਰ ਮੈਨੂੰ ਸਾਰੇ ਦੇਈ ਜਾਣ, ਮੈਂ ਕਿਸੇ ਨੂੰ ਸਤਿਕਾਰ ਨਾ ਦਵਾਂ। ਇਹੋ ਜਿਹਾ ਸਿਸਟਮ ਚੱਲਦਾ ਪਿਆ।
ਸਦੇ ਮਹਾਰਾਜ ਨੇ ਕਹਤਾ ਮੁਹਾਉ ਕੇ ਬੋਲਣ ਬੋਲੀਆ ਜਿਤ ਸੁਣ ਧਰੇ ਪਿਆਰ। ਜਪਜੀ ਸਾਹਿਬ ਮਹਾਰਾਜ ਨੇ ਸਪਸ਼ਟ ਕਰ ਦਿੱਤੀ ਗੱਲ, ਕਿਤੇ ਬੋਲੇ ਸਾਹਿਬ ਕੈ ਭਾਣਾ ਦਾਸ ਬਾਣੀ ਬ੍ਰਹਮ ਬਖਾਣਾ। ਉਹਦੇ ਹੁਕਮ 'ਚ ਬੋਲਦੇ ਨੇ ਦਾਸ ਸੇਵਕ। ਉਹਦੀ ਜਿਹੜੀ ਬਾਣੀ ਹੁੰਦੀ ਉਹ ਬ੍ਰਹਮ ਦਾ ਵਿਖਿਆਨ ਹੁੰਦਾ ਸਾਰਾ, ਨਿਰੀਆਂ ਬ੍ਰਹਮ ਦੀਆਂ ਗੱਲਾਂ ਹੁੰਦੀਆਂ ਉਹਦੇ 'ਚ ਹੁੰਦਾ ਹੈ ਬ੍ਰਹਮ। ਦੁਨੀਆ ਦੀ ਕੋਈ ਬਾਤ ਨਹੀਂ ਹੁੰਦੀ। ਭਗਤ ਜਦੋਂ ਬੋਲਦਾ ਦੁਨੀਆ ਦੀ ਗੱਲ ਨਹੀਂ ਬੋਲੇਗਾ। ਜਦੋਂ ਦੁਨੀਆ ਦੀ ਗੱਲ ਵੀ ਕਰੇਗਾ, ਦੁਨੀਆ ਦੀ ਗੱਲ ਦ੍ਰਿਸ਼ਟਾਂਤ ਹੋਵੇਗੀ ਤੇ ਗੱਲ ਰੱਬ ਦੀ ਕਰੇਗਾ, ਗੱਲ ਬ੍ਰਹਮ ਦੀ ਕਰੇਗਾ। ਦੁਨੀਆ ਤਾਂ ਦ੍ਰਿਸ਼ਟਾਂਤ ਹੈ, ਪਤੀ ਪਤਨੀ ਦਾ ਦ੍ਰਿਸ਼ਟਾਂਤ ਹੈ, ਪਿਤਾ ਪੁੱਤਰ ਦਾ ਦ੍ਰਿਸ਼ਟਾਂਤ, ਮਾਤਾ ਪੁੱਤਰ ਦਾ ਦ੍ਰਿਸ਼ਟਾਂਤ, ਭਾਈ ਭਾਈ ਦਾ ਦ੍ਰਿਸ਼ਟਾਂਤ ਹੈ। ਪਸ਼ੂਆਂ ਦੇ ਦ੍ਰਿਸ਼ਟਾਂਤ ਲੈ ਲੈ, ਪਕਸ਼ੀਆਂ ਦੇ ਦ੍ਰਿਸ਼ਟਾਂਤ ਲੈ ਲੈ। ਗੱਲ ਕਿਹਦੀ ਹੈ? ਬ੍ਰਹਮ ਦੀ। ਗੱਲ ਬ੍ਰਹਮ ਦੀ ਕਰਦੇ ਨੇ। ਕੌਣ? ਦਾਸ, ਉਹਦੇ ਸੇਵਕ ਜਿਹੜੇ ਨੇ। ਨਾਨਕ ਪ੍ਰਭ ਸੁਖ ਦਾਈ ਜਿਨ ਪੂਰੀ ਬਣਤ ਬਣਾਈ। ਜਿਸ ਨੇ ਇਸ ਗੱਲ ਨੂੰ ਸਮਝ ਲਿਆ, ਅਕਾਲ ਪੁਰਖ ਪਰਮਾਤਮਾ ਨੇ ਜੋ ਵੀ ਬਣਾਇਆ ਇਹ ਪੂਰਾ ਬਣਾਇਆ, ਇਹ ਪੂਰੀ ਬਣਤ ਰਿਹਾ। ਇਹ 'ਚ ਊਣਤਾ ਹੀ ਨਹੀਂ ਹੈ, ਕਮੀ ਨਹੀਂ ਹੈ, ਘਾਟ ਨਹੀਂ ਹੈ। ਸਹੀ ਬਣਾਇਆ, ਸਹੀ ਕੀਤਾ। ਮਹਾਰਾਜ ਕਹਿੰਦੇ ਉਹਦੇ ਵਾਸਤੇ ਸਾਰਾ ਸੰਸਾਰ ਸੁਖਦਾਈ ਹੁੰਦਾ, ਉਹਦੇ ਵਾਸਤੇ ਹਰ ਇੱਕ ਬੋਲ ਸੁਖਦਾਈ ਹੁੰਦਾ। ਜੇ ਕਿਸੇ ਨੂੰ ਕੋਈ ਕੌੜਾ ਬੋਲਦਾ ਤਾਂ ਮੋਹਰੇ ਹੈਗਾ ਭਗਤ, ਉਹਨੇ ਕਹਿਣਾ ਨਹੀਂ ਵੀ ਪ੍ਰਮਾਤਮਾ ਨੇ ਤਾਂ ਕਰੋ ਪੂਰਾ ਹੀ ਬੋਲ ਬੁਲਾਇਆ, ਮੈਂ ਇਵੇਂ ਹੀ ਹੋਵੇਗਾ। ਉਹਨੇ ਕਿਹਾ ਮੈਨੂੰ ਚੰਗਾ ਇਹਨੇ ਮੈਨੂੰ ਮੇਰੀ ਕਮੀ ਦੱਸ ਦਿੱਤੀ। ਉਹਨੂੰ ਉਹਦਾ ਕੌੜਾ ਬੋਲ ਵੀ ਸੁਖਦਾਈ ਲੱਗਾ। ਸੋ ਜਿਸ ਨੇ ਇਸ ਗੱਲ ਨੂੰ ਸਮਝ ਲਿਆ ਕਿ ਉਹਦੀ ਬਣਤਰ ਆ ਔਰ ਪੂਰੀ ਹੈ, ਇਹ 'ਚ ਕਮੀ ਪੇਸ਼ੀ ਕੋਈ ਨਹੀਂ ਹੈ, ਉਹ ਦੁੱਖ ਵਿੱਚ ਵੀ ਸੁੱਖ ਮਹਿਸੂਸ ਕਰਦਾ, ਉਹ ਗਰੀਬੀ ਵਿੱਚ ਵੀ ਉਹਦਾ ਸ਼ੁਕਰ ਕਰਦਾ। ਸੋ ਉਹਨੂੰ ਉੱਤੇ ਕੋਈ ਦੁੱਖ, ਕੋਈ ਗਰੀਬੀ, ਕੋਈ ਅਮਾਨ ਅਪਮਾਨ ਉੱਤੇ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਉਹਨੇ ਸਾਰੀ ਬਣਤਰ ਰੱਬ ਦੀ ਬਣਾਈ ਹੋਈ ਸਮਝ ਲਈ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਬਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪੁਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਉਤਾ ਗਾਵ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ ਕਾਰ ਸਭ ਸਵਾਰਣਾ। ਸਭ ਨਾ ਗੱਲਾਂ ਸਮਰਾ ਸੁਆਮੀ, ਸੋਖੇ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਕਰਤਾ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੀ, ਕਲਾ ਜਿਤ ਕਰਧਾਰੀਆ। ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਾ ਰੰਬਾਇਆ ਤੁਰ ਜਿਨ ਕਉ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਪੈਰਦਾਸ ਜੀਉ, ਪਿੰਡ ਸਭ ਤੇਰੀ ਆਸ। ਤੂੰ ਮਾਤ ਪਿਤਾ ਹਮਾਰੇ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇ। ਨ ਜਾਣੇ ਤੁਮਰਾ ਅੰਤ, ਉਚੇਤੇ
ਭਗਵਨ